भाईचारे के हक दे विच आए हैं, की कहना चाहुंदे? तो सेंटर की मोदी सरकार है ये घट गिणतियां ते लगातार जुर्म कर रही है, जिहदे विच एक बहुत वड्डा वाधा वक्फ बिल ते सोध करनी, एक घट गिणतियां नूं दबाउणा, ਉਹਦੇ ਲਈ ਅੱਜ ਸਾਡੇ ਇੱਥੇ ਕੁਰਾਲੀ 'ਚ ਸ਼ਹਿਰ ਦੇ ਸਾਰੇ ਮੁਹੰਮਦਨ ਭਾਈਚਾਰੇ ਨੇ ਇਕੱਠੇ ਹੋ ਕੇ ਇੱਥੇ ਬੜਾ ਸ਼ਾਂਤੀਪੂਰਵਕ ਇੱਕ ਪ੍ਰੋਟੈਸਟ ਕੀਤਾ ਹੈ। ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਸਾਬਰ ਜੀ ਪ੍ਰਧਾਨ ਜੀ ਨੇ ਮੈਨੂੰ ਕਿਹਾ ਤੇ ਮੈਂ ਇਹਨਾਂ ਦੀ ਕਹਿਣ ਤੇ ਇੱਥੇ ਪਹੁੰਚਿਆ। ਮੇਰੀ ਅਪੀਲ ਹੈ ਮੋਦੀ ਸਰਕਾਰ ਨੂੰ ਕਿ ਇੱਦਾਂ ਘੱਟ ਗਿਣਤੀਆਂ ਨੂੰ ਪਲੀਜ਼ ਦਬਾਓ ਨਾ, ਇਹ ਕੋਈ ਤਰੀਕਾ ਨਹੀਂ ਹੈ। ਇਹਦੇ ਨਾਲ ਦੇਸ਼ ਟੁੱਟੇਗਾ, ਜੁੜੇਗਾ ਨਹੀਂ, ਕਿਉਂਕਿ ਸਾਡਾ ਇੱਕ ਮੁਲਕ ਬਹੁਤ ਵਧੀਆ ਗੁਲਦਸਤਾ ਹੈ। ਇਹਦੇ 'ਚ ਅਸੀਂ ਸਾਰੇ ਅਲੱਗ-ਅਲੱਗ ਧਰਮਾਂ ਫਿਰਕਿਆਂ ਦੇ ਅਲੱਗ-ਅਲੱਗ ਭਾਸ਼ਾਵਾਂ 'ਚ ਰਹਿੰਦੇ ਹੋਏ ਅਸੀਂ ਇੱਕ ਗੁਲਦਸਤੇ 'ਚ ਬੱਧੇ ਹੋਏ ਹਾਂ। ਪਰ ਜਿਵੇਂ ਦਾ ਬਿਹੇਵੀਅਰ ਮੋਦੀ ਸਰਕਾਰ ਕਰ ਰਹੀ ਹੈ, ਸੈਂਟਰ ਸਰਕਾਰ ਕਰ ਰਹੀ ਹੈ, ਇਹ ਦੇਸ਼ ਨੂੰ ਤੋੜਨ ਵਾਲੇ ਪਾਸੇ ਲਿਜਾ ਰਹੀ ਹੈ। ਇਹ ਇੱਕ ਬਹੁਤ ਵੱਡਾ ਹਮਲਾ, ਇਹਨੂੰ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ ਤੇ ਸਮੁੱਚੀ ਕਾਂਗਰਸ ਪਾਰਟੀ ਇਸ ਟਾਈਮ ਮੁਹੰਮਦਨ ਭਾਈਚਾਰੇ ਦੇ ਨਾਲ। ਧੰਨਵਾਦ। ਸਾਬਰ ਮੁਸਲਿਮ ਕਮੇਟੀ ਐਸੋਸੀਏਸ਼ਨ ਵੱਲੋਂ ਪ੍ਰਧਾਨ, ਅਸੀਂ ਵੀ ਜੋ ਸਾਡੇ ਪ੍ਰਧਾਨ ਜੀ ਨੇ ਮੈਸੇਜ ਲਾਇਆ ਹੈ ਆਪਣੇ ਸਰਕਾਰ ਨੂੰ, ਅਸੀਂ ਵੀ ਉਹੀ ਮੈਸੇਜ ਲਾਉਣਾ ਚਾਹੁੰਦੇ ਹਾਂ ਵੀ ਜਿਹੜਾ ਵੀ ਇਹ ਵਕਫ ਬਿੱਲ ਲਾਗੂ ਕੀਤਾ ਇਹ ਬਿਲਕੁਲ ਗਲਤ ਹੈ। ਇਹ ਜਿਹੜੀ ਵਕਫ ਦੀ ਜ਼ਮੀਨ ਹੁੰਦੀ ਹੈ ਇਹਦੇ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਪੁਰਖਾਂ ਨੇ ਦਾਨ ਕਰੀ ਹੋਈ ਹੈ ਜਾਂ ਕਿਸੇ ਮਦਰਸੇ ਨੂੰ ਜਾਂ ਕਿਸੇ ਮਸਜਿਦ ਨੂੰ, ਇਹਦੇ ਕੋਈ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਇਹ ਅੱਜ ਸਾਡੇ ਤੇ ਆਇਆ, ਕੱਲ੍ਹ ਨੂੰ ਇਹ ਗੁਰਦੁਆਰਿਆਂ 'ਚ ਆ ਜਾਣਗੇ ਵੀ ਜਿਹੜੀ ਗੁਰਦੁਆਰਿਆਂ ਨੂੰ ਦਾਨ ਕਰੀ ਹੈ, ਗੁਰੂ ਘਰਾਂ ਨੂੰ ਦਾਨ ਕਰੀ ਹੈ, ਉਹਦੇ ਤੇ ਵੀ ਕਬਜ਼ਾ ਕਰਨਾ ਚਾਹੁੰਗੇ। ਇਹ ਸਾਰੇ ਕਬਜ਼ਾ ਕਰਕੇ ਇਹਨਾਂ ਨੇ ਆਪਣੇ ਜਿਹੜੇ ਮਿੱਤਰ ਮਲਾਜੇ ਉਹਨਾਂ ਨੂੰ ਦੇ ਦੇਣੀ ਹੈ। ਇਹ ਜਿਹੜੀਆਂ ਛੋਟੀਆਂ ਬਰਾਦਰੀਆਂ ਨੇ, ਥੋੜ੍ਹੀਆਂ ਕੌਮਾਂ ਨੇ, ਥੋੜ੍ਹੀ ਗਿਣਤੀ ਹੈ, ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਇਹਨਾਂ ਨੇ ਆਪਣਾ ਉਹ ਘੱਲੂਘਾਰਾ ਅੱਗੇ ਚਲਾਈ ਜਾਣਾ। ਇਸ ਕਰਕੇ ਜਦ ਤੱਕ ਇਹ ਸਰਕਾਰ ਇਹ ਬਿੱਲ ਖਾਰਜ ਨਹੀਂ ਕਰਦੀ, ਜਦ ਤੱਕ ਅਸੀਂ ਜਾਰੀ ਰੱਖਾਂਗੇ। ਇਹ ਤੋਂ ਜਿੱਦਾਂ ਸਾਡੀ ਇਸਲਾਮੀ ਗਾਈਡਲਾਈਨ 'ਚੋਂ ਸਾਨੂੰ ਲੈਣ ਆਉਂਦੀ ਰਹੇਗੀ, ਗਾਈਡਲਾਈਨ ਆਉਂਦੀ ਰਹੇਗੀ, ਜਦੋਂ ਵੀ ਆਉਂਦੀ ਰਹੇਗੀ, ਅਸੀਂ ਹਮੇਸ਼ਾ ਇੱਦਾਂ ਖੜੇ ਹੁੰਦੇ ਰਹਾਂਗੇ। ਇੰਨਾ ਹੀ ਕਹਾਂਗੇ ਜੀ ਸਰਕਾਰ ਨੂੰ ਵੀ ਜਿੰਨੀ ਜਲਦੀ ਹੋ ਸਕੇ ਮੋਦੀ ਜੀ ਨੂੰ ਕਹਿੰਦੇ ਆ, ਪ੍ਰਧਾਨ ਮੰਤਰੀ ਜੀ ਨੂੰ ਕਹਿੰਦੇ ਆ ਅਸੀਂ ਇਹ ਵੀ ਇਹ ਖਾਰਜ ਕੀਤਾ ਜਾਵੇ ਬਿੱਲ। ਤੁਸੀਂ ਪਹੁੰਚੇ ਹੋ, ਅੱਜ ਕੀ ਕਹਿਣਾ ਚਾਹੁੰਦੇ ਹੋ? ਅੱਜ ਭਾਰਤ ਸਰਕਾਰ ਨੇ ਜੋ ਆਪਣੇ ਕਾਨੂੰਨ ਲਾਗੂ ਕੀਤੇ ਕਿ ਜੋ ਵਕਫ ਬੋਰਡ ਦੀਆਂ ਜ਼ਮੀਨਾਂ ਭਾਰਤ ਦੇ ਵਿੱਚ ਮੁਸਲਿਮ ਭਾਈਚਾਰੇ ਦੀਆਂ, ਉਹਨਾਂ ਨੂੰ ਖਾਰਜ ਕੀਤਾ ਜਾਵੇ। ਪਹਿਲਾਂ ਵੀ ਸਾਡੇ ਕਿਸਾਨਾਂ ਨਾਲ ਇਸੇ ਤਰੀਕੇ ਦਾ ਉਹਨਾਂ ਨੇ ਧੋਖਾ ਕੀਤਾ। 3 ਕਾਲੇ ਕਾਨੂੰਨ ਲਿਆਂਦੇ ਜਿਹਦੇ ਵਿੱਚ तमाम ਕਿਸਾਨ ਔਰ तमाम ਸਾਡੇ ਨਾਲ ਭਾਈਚਾਰਾ ਜਾ ਕੇ ਉਹਨਾਂ ਦੀ ਸਰਹੱਦ ਤੇ ਉਹਨਾਂ ਦੇ ਧੌਣ ਦੇ ਵਿੱਚ ਕੀਲਾ ਜਿਹੜਾ ਫਸਿਆ ਉਹ ਕੱਢਿਆ। ਉਸ ਤੋਂ ਬਾਅਦ ਉਹਨਾਂ ਨੇ 3 ਕਾਲੇ ਕਾਨੂੰਨ ਵਾਪਸ ਲੱਤੇ। ਫਿਰ ਤੋਂ ਉਹਨਾਂ ਨੇ ਧੋਖਾ ਕਰਿਆ ਕਿਸਾਨਾਂ ਨਾਲ, ਜੋ ਅੱਜ ਕਿਸਾਨ ਵੀ ਉੱਤੇ ਬੈਠੇ ਆ। ਅੱਜ ਦੁਆਰ ਤੋਂ ਇਹ ਜੋ ਮੁਸਲਿਮ ਭਾਈਚਾਰੇ ਨਾਲ ਉਹਨਾਂ ਨੇ ਧੋਖਾ ਕਰਿਆ ਭਾਰਤ ਸਰਕਾਰ ਨੇ, ਇਹਦੇ ਸੰਬੰਧ ਵਿੱਚ ਅੱਜ ਸਾਡੇ ਕੁਰਾਲੀ ਦੇ ਪ੍ਰਧਾਨ ਜੀ ਤੇ तमाम ਮੁਸਲਿਮ ਭਾਈਚਾਰਾ, ਸਾਡੀਆਂ ਮਹਿਲਾਵਾਂ ਤੇ ਭੈਣਾਂ ਅੱਜ ਇਕੱਠੀਆਂ ਹੋਈਆਂ। ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਰਣਜੀਤ ਜੀਤੀ ਜੀ, तमाम ਵੱਖ-ਵੱਖ ਪਾਰਟੀਆਂ ਦੇ ਬੰਦੇ ਇਹਨਾਂ ਨਾਲ ਹਮੇਸ਼ਾ ਜੋ ਖੜਦੇ ਆ ਔਰ ਖੜਦੇ ਰਹਾਂਗੇ। ਸੋ ਜੋ ਭਾਰਤ ਸਰਕਾਰ ਨੇ ਇਹਨਾਂ ਦੇ ਖਿਲਾਫ ਕਾਨੂੰਨ ਪਾਸ ਕੀਤਾ, ਉਹਦੇ ਲਈ ਜਿੱਥੇ ਵੀ ਇਹ ਵਿਰੋਧ ਕਰਨਗੇ, ਜਿੱਥੇ ਵੀ ਸਾਨੂੰ ਬੁਲਾਉਣਗੇ, ਅਸੀਂ ਹਮੇਸ਼ਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੂਗੇ, ਕਿਉਂਕਿ ਇਹ ਸਾਡੇ ਅੱਜ ਮੁਸਲਿਮ ਭਾਈਚਾਰੇ ਤੋਂ ਉੱਪਰ ਉੱਠ ਕੇ ਅੱਜ ਸਾਡੇ ਭਾਰਤ ਦੇ ਲੋਕਾਂ ਨਾਲ ਹੈ। ਜਿੱਦਾਂ ਤੁਸੀਂ ਦੇਖਿਆ ਕਿ ਚਾਹੇ ਉਹ ਅੱਜ ਪਾਕਿਸਤਾਨ ਨਾਲ ਲੜਾਈ ਹੁੰਦੀ ਹੋਵੇ, ਉਸ ਟਾਈਮ ਵੀ ਮੁਸਲਿਮ ਭਾਈਚਾਰੇ ਨੇ ਪਾਕਿਸਤਾਨ ਦੇ ਖਿਲਾਫ ਨਾਅਰੇ ਲਾਏ ਕਿ ਅਸੀਂ ਭਾਰਤ ਦੇ ਵਿੱਚ ਰਹਿੰਦੇ ਹਾਂ, ਉਹਨਾਂ ਨੇ ਗਲਤੀ ਕਰੀ। ਅੱਜ ਅਸੀਂ ਇਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਹਾਂ, ਕਿਉਂਕਿ ਇਹ ਸਾਡੇ ਲੋਕ ਹੈ। ਅਸੀਂ ਇਹਨਾਂ ਦੀ ਲੜਾਈ ਆਪਣੇ ਨਾਲ ਹੋ ਕੇ ਲੜਾਂਗੇ, ਜਿੱਥੇ ਵੀ ਸਾਨੂੰ ਜ਼ਰੂਰਤ ਲੜਾਂਗੇ। ਤੁਸੀਂ ਕਾਂਗਰਸੀ ਸੀਨੀਅਰ ਆਗੂ ਹੋ, ਜੇਕਰ ਤੋਂ ਇਹਨਾਂ ਨੂੰ ਲੋੜ ਪੈਂਦੀ ਹੈ ਤੁਹਾਡੀ ਤਾਂ ਤੁਸੀਂ ਨਾਲ ਖੜੇ ਹੋ। ਮੈਂ ਤੁਹਾਨੂੰ ਦੱਸ ਰਿਹਾ ਵੀ ਚਾਹੇ ਸਾਨੂੰ ਵਿਧਾਨ ਸਭਾ 'ਚ ਸਵਾਲ ਚੁਕਵਾਉਣਾ ਪਵੇ LOP ਸਾਹਿਬ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਤੋਂ, ਚਾਹੇ ਸਾਨੂੰ ਕਿਸੇ ਵੀ ਦਫ਼ਤਰ ਦਾ ਘਿਰਾਓ ਕਰਨਾ ਪਵੇ BJP ਵਾਲਿਆਂ ਦਾ, ਜਿੱਥੇ ਸਾਡੀ ਇਹ ਡਿਊਟੀ ਲਾਉਂਗੇ
ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲਾਂ ਭਾਈਚਾਰਾ ਨਿਭਾਉਂਗੇ। ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ के खड़े। हाँ जी, मैं ये कहना चाहता हूँ कि जो वक्फ बोर्ड की बिल जो पास हुई है इसको वापस सरकार ले, और ये हमारे पुरखों की दी हुई जमीन है। वक्फ बोर्ड कब्रिस्तान, खानखाओं, मदरसा के लिए दी हुई चीज़ है, इसको सरकार वापस ले, नहीं तो हम इसके खिलाफ सरकार से लड़ेंगे। जिस तरह हम देश के लिए लड़े हैं उनसे इसी तरह हम सरकार से भी लड़ेंगे। हमारा मांग यही है कि वक्फ बिल का जो सरकार ने पास किया है ये उसमें दखल अंदाजी सरकार को देने की ज़रूरत नहीं है, और इसके लिए हम लड़ेंगे, सरकार से लड़ता रहेंगे। अगर सरकार आपकी बात नहीं सुनती तो अगला कदम क्या होगा? अगला कदम होगा हम सरकार से लड़ेंगे, और आगे हम देखेंगे क्या करना है। कैसे लड़ोगे? लड़ेंगे, सरकार से लड़ेंगे, जो कानून के तहत से लड़ाई होगी उसके लिए हम तैयार हैं और लड़ेंगे। फैसला तो सुप्रीम कोर्ट का है। नहीं, हम उसको नहीं मानते हैं जी। सरकार की हर बात को माने, हमने बहुत बर्दाश्त किया, लेकिन इस बार हम बर्दाश्त नहीं करेंगे। जिस तरह हम देश के लिए हम जंग लड़े हैं, आज़ादी के टाइम अंग्रेज के खिलाफ हम जंग लड़े हैं, इसी तरह से हम सरकार से लड़ेंगे। जो कानून के संविधान के हिसाब से होगा उसी हिसाब से हम सरकार से लड़ाई लड़ेंगे, और इस बिल को वापस लेना होगा। जब तक बिल वापस नहीं होगा हम चुप नहीं बैठेंगे। एक एक बच्चा इसके लिए हम लड़ेंगे, मर जाएंगे लेकिन इस बिल को वापस करा के ही रहेंगे। जब तक बिल वापस नहीं होगा हम लोग चैन से नहीं बैठेंगे। बस स्टैंड पे तुसी काफी लोग इकट्ठे हुए हो ने, आखिर मुद्दा की है? मुद्दा ये है कि गवर्नमेंट ने जो है वक्फ बिल जो पास किया है, हमारी डिमांड ये है, हमारी मांग ये है कि इस बिल को वापस किया जाए। जब से देश आज़ाद हुआ है मुसलमानों के ऊपर काफ़ी हमले हुए हैं, कभी उनकी मस्जिदों पर, कभी उनकी खानकाहों पर, या किसी भी चीज़ से, लेकिन मुसलमान उस चीज़ को बर्दाश्त करता हुआ गया है। अब जब से ये बीजेपी की सियासत आई है तब से जो है क्या हुआ कि उसमें जो है मुसलमानों की मॉब लिंचिंग बढ़ी है और मुसलमानों की प्रॉपर्टी को डैमेज किया गया है, लेकिन मुसलमान उसको बर्दाश्त करता रहा है। अब फिर क्या हुआ, जब गवर्नमेंट ने देखा है कि मुसलमान तो चुप है, अब उन्होंने सीधा हमला किया है हमारी वक्फ बोर्ड की ज़मीन पर। वक्फ का मतलब क्या है कि ये वक्फ की हुई है, मुसलमानों के आबा व अजदाद ने इस ज़मीन को दान किया है, मुसलमानों को दी है। अब मुसलमान इससे फ़ायदा उठा रहे थे। कैसे फ़ायदा उठा रहे थे? तो हॉस्पिटलों की शक्ल में और मदरसे मस्जिदों की शक्ल में, दरगाहों की शक्ल में, इस तरह से फ़ायदा उठा रहे थे। लेकिन गवर्नमेंट इससे इसको हड़पना चाहती है। गवर्नमेंट ने देश की अन्य स्थानों को जो है हड़पा है, अब उसका इस चीज़ से पेट नहीं भरा तो उन्होंने क्या सोचा कि अब वक्फ की ज़मीन को हड़प लिया जाए। लेकिन हम इंशाल्लाह ऐसा होने नहीं देंगे। वक्फ जो है हमारे जो है ईमान का मसला है, हमारे ईमान का मसला है। अगर हम इसमें दब गए तो फिर हमारा जीने का कोई हक नहीं है। तो इसलिए जो है हम हुकूमत से डिमांड करते हैं कि इस बिल को वापस लें, और अगर वापस नहीं लेंगे तो जैसे हमारे बड़ों ने इस देश के लिए आज़ादी दी है, वह हुकूमत को यही नहीं मालूम कि जिन मदरसों को हुकूमत बंद करना चाहती है, हमारे आबा व अजदाद उन्हीं मदरसों से पढ़े हुए थे और उन मदरसों से पढ़ करके देश में अंग्रेज़ों के खिलाफ जंग लड़ी। और अगर हुकूमत आज हमारे मदरसों को छीनना चाहती है और हमारे जो है ये हमारी औकात की ज़मीनों को हड़पना चाहती है, तो हम बता देना चाहते हैं जैसे हमारे आबा व अजदाद ने अंग्रेज़ों के खिलाफ जंग लड़ी थी, ऐसे ही हम इसके खिलाफ भी जंग लड़ेंगे और वक्फ बिल वापस करवा करके रहेंगे इंशाअल्लाह। बीजेपी वाले बोल रहे हैं हम मदरसों को किसी भी तरह का प्रचार नहीं कर रहे, और जो ज़मीनों पर नाजायज़ कब्जे करके बैठे हैं हम उनके लिए ये बिल आए। नाजायज़ कब्जा कैसा है? अमित शाह ने जो है पार्लियामेंट के अंदर, मैं उस भाषण को सुन रहा था, चिल्ला करके बोला कि हम वक्फ की प्रॉपर्टी को जो है कोई नुकसान नहीं पहुंचा रहे हैं। लेकिन देखा जाए अभी हिंदुस्तान पाकिस्तान के गेम के बीच में क्या होता है कि यूपी के अंदर 300 से ज़ायद औकाफ की प्रॉपर्टियों को डैमेज किया गया है। ये नाइंसाफी हुकूमत हमारे साथ कर रही है। रोड देना ऊपर खड़े हो। जो सुप्रीम कोर्ट की कल रूलिंग आई है ਉਹਦੇ ਬਾਰੇ ਤੁਹਾਡਾ क्या कहना है? ऑर्डर आए कल, उसके बारे में जो है मैंने वो पढ़ा नहीं, तो उसके लिए अभी जी वो फाइनली हुआ। अभी वो फाइनली आके ना जो सोई आपको बोला है, मैं इसको आपके सवाल को पास करता हूँ क्योंकि मैंने अभी इसके बारे में पढ़ा नहीं, पढ़ूंगा तो उसको इंशाल्लाह सोशल मीडिया आप धरना दे रहे हो ना, तभी तो पूछ नहीं, रहा हूँ। उसमें पेंडिंग है जी, जो आगे फैसला आएगा उसका बोल दो ना आप। हाँ पेंडिंग है, वो अभी पेंडिंग है जो उसमें जो है आगे आएगा तो हम इंशाल्लाह उसमें जो है बताएंगे, आपको जरूर बताएंगे इंशाल्लाह। इसके बारे में आपको गाइडलाइन जरूर देंगे। जो इस काउंसिल वक्फ काउंसिल में 2 हिंदुओं का होना लाजमी है, तो इन्ने सारे मतलब कि हिंदू वोट्स है, क्या ਉਹਦੇ ਵਿੱਚ किसी भी मुस्लिम की एंट्री हुई है आज तक नहीं? क्यों? क्योंकि ये तो साढ़े नाल फिर नाइंसाफी है ना, क्योंकि अगर हिंदू बोर्ड में मुस्लिम नहीं हो सकते तो मुस्लिम वक्फ बोर्ड में हिंदू तुसी किवें शामिल कर सकते हो?
ਔਰ ਜੋ ਵੀ ਇਹ ਸੰਪत्ति ਹੈ, ਠੀਕ ਹੈ, ਜੋ ਵੀ ਦਿੱਤਾ ਹੋਇਆ ਹੈ ਸਾਰਾ ਮਤਲਬ ਜੋ ਵੀ ਹੈ ਇਹ ਸਾਰਾ ਸਾਡੇ ਪੁਰਖਾਂ ਦਾ ਹੈ, ਠੀਕ ਹੈ। ਸਾਡੇ ਪੁਰਖਾਂ ਨੇ ਜੋ ਦਾਨ ਦਿੱਤਾ ਹੈ ਉਸ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਤਾਂ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਬਹੁਤ ਜ਼ਿਆਦਾ ਹਿੰਦੂ ਟਰਸਟ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਦਾਨ ਕੀਤੀਆਂ ਗਈਆਂ। ਕਿਆ ਮੁਸਲਮਾਨਾਂ ਨੇ ਕਦੇ ਉਹਦੇ ਵਿੱਚ ਇੰਟਰਫੇਅਰ ਕੀਤਾ ਹੈ? ਕਦੇ ਵੀ ਨਹੀਂ ਕੀਤਾ। ਇਸ ਲਈ ਅਸੀਂ ਇਸ ਬਿੱਲ ਦੇ ਖਿਲਾਫ ਹੈ, ਕਿਉਂਕਿ ਜੋ ਸਾਡੀ ਪੁਰਖਾਂ ਦੀ ਦਿੱਤੀ ਹੋਈ ਜ਼ਮੀਨ ਹੈ ਉਸ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਹੈ, ਠੀਕ ਹੈ। ਨਾ ਹੀ ਸਰਕਾਰ ਨੇ ਸਾਨੂੰ ਕੁਝ ਦਿੱਤਾ ਹੈ, ਤਾਂ ਸਰਕਾਰ ਸਾਡੇ ਤੋਂ ਕੁਝ ਲੈ ਕਿਵੇਂ ਸਕਦੀ ਹੈ? ਇਸ ਲਈ ਜੋ ਅਸੀਂ ਇਹ ਵਕਫ ਅਮੈਂਡਮੈਂਟ ਬਿੱਲ ਹੈ ਅਸੀਂ ਇਹਦੇ ਸਖਤ ਖਿਲਾਫ ਹੈ ਔਰ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਵਕਫ ਅਮੈਂਡਮੈਂਟ ਬਿੱਲ ਹੈ ਇਹ ਕੈਂਸਲ ਕੀਤਾ ਜਾਵੇ। ਠੀਕ ਹੈ, ਆ ਜਾਓ ਦੋਨੋਂ।